ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਕਾਰਯੋਗ ਮਾਤਾ ਜੀ ਦੀ ਅੰਤਿਮ ਅਰਦਾਸ ਨਿਮਿਤ ਆਪਾਂ ਸਾਰੇ ਸਤਿਗੁਰਾਂ ਦੇ ਚਰਨਾਂ ਦੀ ਓਟ ਲੈ ਰਹੇ ਹਾਂ। ਭਾਈ ਸਾਹਿਬ ਜੀ ਉਹਨਾਂ ਨੇ ਕੀਰਤਨ ਕੀਤਾ ਹੈ, ਕਥਾ ਦੇ ਨਾਲ ਸਾਂਝ ਪਾਈ ਹੈ। ਔਰ ਵੈਸੇ ਤਾਂ ਮੈਂ ਬੈਠਾ ਸੋਚ ਰਿਹਾ ਸੀ ਵੀ ਹੁਣ ਸਮਾਪਤੀ ਹੀ ਹੋ ਜਾਵੇ, ਕਿਉਂਕਿ ਭਾਈ ਸਾਹਿਬ ਜੀ ਨੇ ਜੋ ਵਿਚਾਰਾਂ ਤੁਹਾਡੇ ਸਨਮੁਖ ਰੱਖ ਦਿੱਤੀਆਂ ਉਸ ਤੋਂ ਬਾਅਦ ਕੋਈ ਵਿਚਾਰ ਬਚਦੀ ਨਹੀਂ ਕਰਨ ਵਾਸਤੇ, ਕਿਉਂਕਿ ਇਹ ਨਿਚੋੜ ਹੈ। ਪਰ ਫਿਰ ਵੀ ਚਲੋ ਹੁਣ ਜੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਆ, ਮੈਂ ਭਾਈ ਸਾਹਿਬ ਜੀ ਦੀਆਂ ਹੀ ਬੇਨਤੀਆਂ ਦੇ ਵਿੱਚ ਕੁਝ ਕੁ ਬੇਨਤੀਆਂ ਐਡ ਆਨ ਕਰਨੀਆਂ ਨੇ। ਤੋ ਸਮਾਂ ਬਿਲਕੁਲ ਮੈਂ ਥੋੜਾ ਲਾਉਣਾ, 2-4 ਮਿੰਟ ਲਾਉਣੇ ਨੇ। ਤੋ ਜਿੰਨਾ ਸਮਾਂ ਵੀ ਆਪਾਂ ਜੁੜਨਾ, ਆਓ ਸੁਰਤ ਟਿਕਾਈਏ ਔਰ ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਬਾਬਾ ਕਬੀਰ ਜੀ, ਬਾਬਾ ਫਰੀਦ ਸਾਹਿਬਾਨ, ਉਹਨਾਂ ਸ਼੍ਰੋਮਣੀ ਭਗਤਾਂ ਦੇ ਬਚਨਾਂ ਦਾ ਜ਼ਿਕਰ ਕੀਤਾ ਹੈ। ਔਰ ਬਾਣੀ ਪੜ੍ਹਦਿਆਂ ਮੈਂ ਭਗਤ ਕਬੀਰ ਜੀ ਦੇ ਕੁਝ ਭਾਵਾਂ ਦਾ ਅਹਿਸਾਸ ਕਰ ਰਿਹਾ ਸੀ ਕਿ ਇਉਂ ਜਾਪ ਰਿਹਾ ਹੈ ਵੀ ਜਿਵੇਂ ਕਬੀਰ ਜੀ ਦੇ ਨਗਰ ਦੇ ਵਿੱਚ ਕੋਈ ਮਰਗ ਹੋਈ ਹੈ। ਕਬੀਰ ਜੀ ਪਹੁੰਚ ਗਏ ਉਸ ਮਰਗ ਦੇ ਵਿੱਚ ਤੇ ਉੱਥੇ ਜਾ ਕੇ ਵੀ ਇੱਕ ਸਿੱਖਿਆ ਪੂਰੀ ਖਲਕਤ ਨੂੰ ਦਿੰਦੇ ਪਏ। ਕਬੀਰ ਜੀ ਦਾ ਇੱਕ ਬਚਨ ਆਉਂਦਾ ਹੈ ਗੁਰਬਾਣੀ ਦੇ ਵਿੱਚ, ਸਾਰੀ ਸੰਗਤ ਜਿੰਨੇ ਵੀ ਉੱਥੇ ਸੱਜਣ ਮਿੱਤਰ ਲੋਕ ਬੈਠੇ ਨੇ ਅਫਸੋਸ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਪਿਆਰਾ ਕੋਈ ਚਲਾਣਾ ਕਰ ਗਿਆ। ਤੇ ਉਸ ਨਗਰ ਦੇ ਜਿੰਨੇ ਵੀ ਲੋਕ ਨੇ ਉੱਥੇ ਜਾ ਕੇ ਫਿਰ ਆਪਣੇ ਗਵਾਂਢੀ ਦੇ ਘਰ ਵਿਖੇ ਆ ਕਰਕੇ ਉੱਥੇ ਫਿਰ ਉਹ ਅਫਸੋਸ ਕਰਦੇ ਪਏ। ਤੇ ਕਬੀਰ ਜੀ ਨੇ ਵੀ ਉੱਥੇ ਇੱਕ ਆਵਾਜ਼ ਲਾਈ, ਕਹਿੰਦੇ ਵੀ ਹੇ ਭਾਈ ਸੱਜਣੋ, ਕੇਵਲ ਅਫਸੋਸ ਕਰਕੇ ਹੀ ਨਾ ਮੁੜ ਜਾਇਓ, ਇੱਥੋਂ ਇੱਕ ਸਿੱਖਿਆ ਵੀ ਲੈ ਕੇ ਜਾਇਓ, ਇੱਕ ਚੀਜ਼ ਵੀ ਸਿੱਖ ਕੇ ਜਾਇਓ। ਕਿਸੇ ਨੇ ਪੁੱਛ ਲਿਆ ਵੀ ਭਗਤ ਜੀ ਕਿਹੜੀ ਗੱਲ ਸਿੱਖਣ ਦੀ ਕਹਿ ਰਹੇ ਹੋ? ਅਸੀਂ ਤਾਂ ਆਏ ਸੀ ਕੇਵਲ ਅਫਸੋਸ ਕਰਨ ਵਾਸਤੇ। ਤੇ ਕਬੀਰ ਜੀ ਨੇ ਉੱਥੇ ਇੱਕ ਬਚਨ ਕੀਤਾ, ਕਹਿੰਦੇ ਨੇ ਕਬੀਰ ਡੂਬੇ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ, ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਤੂੰ ਪੜੋਸੀਆਂ ਦੇ ਘਰ ਅਫਸੋਸ ਕਰਨ ਆਇਆ ਹੈ, ਪਰ ਯਾਦ ਰੱਖੀ ਜੋ ਕੁਝ ਪੜੋਸੀਆਂ ਦੇ ਘਰ ਹੋਇਆ ਹੈ ਉਹ ਇੱਕ ਦਿਨ ਤੇਰੇ ਘਰ ਵੀ ਹੋਣਾ। ਮੌਤ ਜੇ ਅੱਜ ਗਵਾਂਢੀਆਂ ਘਰ ਆਈ ਹੈ, ਇੱਕ ਦਿਨ ਤੇਰੇ ਘਰ ਵੀ ਆਉਣੀ ਹੈ। ਅੱਜ ਉਹ ਸਰੀਰ ਚਲਾਣਾ ਕੀਤਾ ਹੈ, ਇੱਕ ਦਿਨ ਤੇਰਾ ਸਰੀਰ ਵੀ ਚਲਾਣਾ ਕਰਨਾ, ਕਿਉਂਕਿ ਸਰੀਰ ਵੀ ਤਾਂ ਗਵਾਂਢੀ ਨੇ ਨਾ। ਆ ਮੇਰਾ ਘਰ ਹੈ, ਆ ਗਵਾਂਢੀ ਘਰ ਹੈ, ਆ ਸਾਰੇ ਗਵਾਂਢੀ ਘਰ ਨੇ। ਮਾਤਾ ਜੀ ਸਾਡਾ ਗਵਾਂਢੀ ਘਰ ਹੈ। ਇਹ ਸਰੀਰ ਨੂੰ ਵੀ ਗੁਰਬਾਣੀ ਨੇ ਘਰ ਦੱਸਿਆ। ਮਹਾਰਾਜ ਕਹਿੰਦੇ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਤੇ ਬਾਬਾ ਫਰੀਦ ਸਾਹਿਬ ਤਾਂ ਕਹਿੰਦੇ ਵੀ ਤੁਸੀਂ ਪੜੋਸੀਆਂ ਤੋਂ ਸਿੱਖਦੇ ਪਏ ਹੋ, ਬੜੀ ਦੂਰ ਦੀ ਗੱਲ ਆ। ਆਓ ਮੈਂ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਹੀ ਸਿਖਾ ਦਿੰਨਾ ਹੈ। ਕਹਿੰਦੇ ਵੀ ਮੈਂ ਆਪ ਅਹਿਸਾਸ ਕਰਦਾ ਹੁੰਨਾ ਹੈ ਕਿ ਫਰੀਦਾ ਕਿੱਥੇ ਤੈਡੇ ਮਾਪਿਆਂ, ਜਿੰਨੀ ਤੂੰ ਜਣਿਓ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀ ਨੋ ਹੈ। ਕਹਿੰਦੇ ਤੂੰ ਆਪਣਾ ਬਾਬਾ ਫਰੀਦ ਸਾਹਿਬ ਆਪਣੇ ਆਪ ਨੂੰ ਸਮਝਾਉਂਦੇ ਨੇ, ਇਹ ਫਰੀਦਾ ਤੇਰਾ ਦਾੜਾ ਚਿੱਟਾ ਹੋ ਗਿਆ, ਤੂੰ ਆਪਣੇ ਮਾਤਾ ਪਿਤਾ ਨੂੰ ਹੀ ਚੇਤੇ ਕਰ ਲਾ, ਤੇਰੇ ਮਾਤਾ ਪਿਤਾ ਕਿੱਥੇ ਗਏ? ਤੇ ਜੇ ਤੇਰੇ ਮਾਤਾ ਪਿਤਾ ਨਹੀਂ ਸਦੀਵੀ ਰਹੇ ਤੁਰ ਤੂੰ ਵੀ ਇੱਕ ਦਿਨ ਜਾਣਾ ਹੈ। ਕਹਿਣ ਤੋਂ ਭਾਵ ਕਿ ਗੁਰਬਾਣੀ ਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਕੀਤਾ ਹੈ ਕਿ ਭਾਈ ਮੌਤ ਨਿਸ਼ਚਿਤ ਹੈ, ਇਹਨੇ ਜ਼ਰੂਰ ਆਉਣਾ ਹੈ। ਔਰ ਜਿਸ ਬੰਦੇ ਨੇ ਇਸ ਮੌਤ ਦਾ ਅਹਿਸਾਸ ਕਰ ਲਿਆ ਨਾ, ਫਿਰ ਮੇਰੇ ਗੁਰੂ ਨਾਨਕ ਸਾਹਿਬ ਨੇ ਨਾ ਜੀ ਉਹਨੂੰ ਬਜ਼ੁਰਗ ਕਹਿ ਕੇ ਸਤਿਕਾਰ ਦਿੱਤਾ ਹੈ। ਸੰਗਤ ਸੱਜੀ ਹੈ ਔਰ ਆਏ ਦਿਨ ਇੱਕ ਦਾੜੀ ਫੁੱਟੀ ਨਹੀਂ, ਹਜੇ ਨੌਜਵਾਨੀ ਦੀ ਉਮਰ ਵਿੱਚ ਪੈਰ ਧਰ ਰਿਹਾ ਇੱਕ ਮਨੁੱਖ
ਆਏ ਦਿਨ ਆਪਣੀਆਂ ਗਾਵਾਂ ਮੱਝਾਂ ਦਾ ਦੁੱਧ ਉਹ ਗੁਰੂ ਸਾਹਿਬ ਦੇ ਚਰਨਾਂ ਤੇ ਭੇਟਾ ਕਰਦਾ ਹੈ, ਰੋਜ਼ ਸੇਵਾ ਕਰਦਾ ਹੈ। ਇੱਕ ਦਿਨ ਗੁਰੂ ਨਾਨਕ ਸਾਹਿਬ ਨੇ ਪੁੱਛ ਲਿਆ, ਬੱਚਿਆ ਤੂੰ ਤੇਰੀ ਉਮਰ ਛੋਟੀ ਜੀ ਆ, ਰੋਜ਼ ਤੂੰ ਸੇਵਾ ਕਰਨ ਆਉਣਾ ਹੈ ਤੇ ਤੈਨੂੰ ਇਹ ਸਿੱਖਿਆ ਕਿੱਥੋਂ ਮਿਲੀ, ਤੈਨੂੰ ਸੇਵਾ ਕਰਨ ਦਾ ਚਾਅ ਕਿੱਥੋਂ ਪੈਦਾ ਹੋਇਆ? ਤੇ ਉਸ ਬੱਚੇ ਨੇ ਜਵਾਬ ਦਿੱਤਾ, ਕਹਿੰਦਾ ਬਾਬਾ ਨਾਮ ਮੇਰਾ ਬੂੜਾ, ਤੇ ਤੁਸੀਂ ਪੁੱਛਦੇ ਹੋ ਕਿ ਮੈਨੂੰ ਇਹ ਬੰਦਗੀ ਸੇਵਾ ਕਰਨ ਦਾ ਚਾਅ ਕਿੱਥੋਂ ਪਿਆ? ਕਹਿੰਦੇ ਮੈਂ ਇੱਕ ਦਿਨ ਮੇਰੀ ਮਾਈ ਨੇ, ਚਲੋ ਵੱਖ-ਵੱਖ ਉਦਾਹਰਨਾਂ ਦਿੱਤੀਆਂ ਜਾਂਦੀਆਂ, ਕਹਿੰਦੇ ਮੇਰੀ ਮਾਈ ਨੇ ਇੱਕ ਦਿਨ ਕਿਹਾ ਕਿ ਪੁੱਤ ਲੱਕੜਾਂ ਲੈ ਕੇ ਆ, ਅੱਗ ਬਾਲਣੀ ਹੈ। ਤੇ ਉਹ ਬੱਚਾ ਕਹਿੰਦਾ ਵੀ ਮੈਂ ਆਪਣੀ ਮਾਂ ਦੀ ਗੱਲ ਮੰਨ ਕੇ ਲੱਕੜਾਂ ਲੈ ਕੇ ਆਇਆ। ਉਹਨਾਂ ਲੱਕੜਾਂ ਦੇ ਵਿੱਚ ਕੁਝ ਲੱਕੜਾਂ ਵੱਡੀਆਂ ਸੀ, ਕੁਝ ਛੋਟੀਆਂ ਸੀ, ਤੇ ਮੈਂ ਵੇਖਿਆ ਜਦੋਂ ਮੈਂ ਉਹ ਲੱਕੜਾਂ ਜਾ ਕੇ ਚੁੱਲ੍ਹੇ ਦੇ ਕੋਲ ਰੱਖੀਆਂ, ਮਾਂ ਨੇ ਚੁੱਲ੍ਹੇ 'ਚ ਪਾਈਆਂ, ਤੇ ਮੈਂ ਦੇਖਿਆ ਅੱਗ ਨੇ ਵੱਡੀਆਂ ਲੱਕੜਾਂ ਵੀ ਸਾੜ ਦਿੱਤੀਆਂ, ਅੱਗ ਨੇ ਛੋਟੀਆਂ ਲੱਕੜਾਂ ਵੀ ਸਾੜ ਦਿੱਤੀਆਂ। ਤੇ ਮੇਰੇ ਮਨ ਨੂੰ ਇੱਕੋ ਦਮ ਸਮਝ ਪੈ ਗਈ ਕਿ ਮਨਾ ਮੈਂ ਤਾਂ ਸੋਚਦਾ ਸੀ ਵੀ ਕਿਤੇ ਬੁੱਢੇ ਹੋ ਕੇ ਮਰੀਦਾ ਹੈ, ਜੇ ਅੱਗ ਨਹੀਂ ਵਹਿੰਦੀ ਵੀ ਲੱਕੜ ਛੋਟੀ ਆ ਕਿ ਵੱਡੀ ਆ, ਇਹ ਸਭ ਨੂੰ ਇੱਕੋ ਜਿਹਾ ਸਾੜਦੀ ਆ। ਇਸੇ ਤਰ੍ਹਾਂ ਮੌਤ ਨੇ ਵੀ ਨਹੀਂ ਦੇਖਣਾ ਕਿ ਇਹ ਬਜ਼ੁਰਗ ਆ ਕਿ ਬੱਚਾ ਹੈ ਕਿ ਜਵਾਨ ਹੈ, ਮੌਤ ਕਿਸੇ ਤੇ ਵੀ ਆ ਸਕਦੀ ਆ। ਇਸ ਕਰਕੇ ਆ ਜਿਹੜੇ ਪੜਾਅ ਦੇ ਵਿੱਚ ਅਸੀਂ ਜੀਵਨ ਬਤੀਤ ਕਰ ਰਹੇ ਆ, ਅੱਜ ਹੀ ਕਬੂਲ ਲਿਓ ਕਿ ਮੌਤ ਕਦੋਂ ਵੀ ਆ ਸਕਦੀ ਹੈ। और गुरबाणी ने वार वार कहा पहला मरण कबूल, जीवन की छड़ आस, हो सबना की रेणुका, तो आओ हमारे पास। और ये नहीं कहा भी तुसी डरो घबराओ, जिवें भाई साहब ने जिक्र किया, डरदा वही हुंदा है जिहदा हजे मकसद पूरा नहीं होया। मैं अक्सर एक उदाहरण दिंदा है, मान लो तुसी किते कोई काम करन गए, व्यापार करन गए, तुसी जलंधर कोई चीज व्यापार करन गए हो ते बुक करा लिया, भी तुसी टिकट बुक करा ली ट्रेन दी भी 2 दिनां विच मैं व्यापार करना है, तीजे दिन दी मैं टिकट बुक कराई, तीजे दिन मेरी ट्रेन है, मैं चढ़ के वापस आ जाना। मान लो तीजे दिन दी मैं टिकट बुक करा लई, मैं पहले दिन उत्थे रहा, अपना काम नहीं कीता, अपना मकसद पूरा नहीं कीता, दूजा दिन भी एवें लगा दिता। हुण जेड़े काम गया सी वो काम मैं कीता ही नहीं, ते जेड़ा बंदा जेड़े काम गया होवे वो काम पूरा ना होया होवे ना, फिर ओदा दिल घबराउंदा, हाए मेरी तां ट्रेन भी आउण वाली, मेरा तां काम ही नहीं होया। सोचदे आ ना जी इंज आपां, ਉਹ वापस मुड़न तो इस करके घबराउंदा क्योंकि ਉਹਦਾ मकसद ही पूरा नहीं होया, ਹੁਣ ਘਬਰਾਵੇਗਾ, ट्रेन आउण वाली आ। इसे तरह मौत रूपी ट्रेन तो भी ਉਹੀ घबराउंदा है ਜਿਹੜਾ ਬੰਦਾ जो ਕਰਨ ਆਇਆ ਸੀ ਉਹਨੇ ਅਜੇ ਕੀਤਾ ਹੀ ਨਹੀਂ। की करन आया सी भाई प्राप्त मानख दे हुरिया, गोबिंद मिलन की यह तेरी बरिया। जिन्ना मनुखा ने गोबिंद मिलन का मकसद समझ लिया, उस रस्ते ते चले, पूरा कर लिया, वो तत्तियां तवियां ते भी बैठ जान, मौत तो नहीं घबराउंदे, खोपड़ियां भी लहा लैन, मौत तो नहीं घबराउंदे, आरियां नाल भी कोई चीर दवे,